ਜਿਹੜੇ ਬੰਦਿਆਂ ਤੇ ਦੋਸ਼ ਲੱਗਦੇ ਸੀ ਕਿ ਉਹ ਡਰੱਗ ਦਾ ਧੰਦਾ ਕਰਦੇ ਨੇ, ਉਹਨਾਂ ਦੀ ਛੁਪਣਗਾ ਵਿਕਰਮ ਸਿੰਘ ਮਜੀਠੀਆ ਦਾ ਘਰ 12 ਤੋਂ ਲੈ ਕੇ 17 ਤੱਕ ਵੀ ਸਰਕਾਰ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੀ, ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਰੀ ਮਾਲ ਮੰਤਰੀ ਸੀ। ਅਵਿਸਲਾ ਛੱਡਿਆ ਗਿਆ। ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ 17 ਦੇ ਵਿੱਚ। 4.5 ਸਾਲ ਕੈਪਟਨ ਸਾਹਿਬ ਵੀ ਚੁੱਪ ਕਰੇ ਬੈਠੇ ਰਹੇ। ਕਹਿੰਦੇ ਕਿ ਉਹ ਸਿੱਟ ਨੇ 4 ਟੀਮਾਂ ਗਠਿਤ ਕੀਤੀਆਂ ਨੇ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਜਿਹੜੀਆਂ ਛੁਪਣਗਾਹਾਂ ਨੇ, ਜਿੱਥੇ ਸ਼ੱਕ ਕੀਤਾ ਜਾ ਸਕਦਾ ਕਿ ਉਹ ਇੱਥੇ ਰਹਿ ਹੋ ਸਕਦੇ ਨੇ, ਉੱਥੇ ਕਹਿੰਦੇ ਉਹਨਾਂ ਨੇ 16 ਥਾਵਾਂ ਤੇ ਛਾਪੇ ਮਾਰੇ। ਜੇ ਪੁਲਿਸ ਆਪਣੇ ਕੰਮ ਤੇ ਆ ਜਾਵੇ ਤਾਂ ਪੁਲਿਸ ਕਿਸੇ ਨੂੰ ਕਦੋਂ ਵੀ ਫੜ ਸਕਦੀ। ਜਦੋਂ ਬੇਅਦਬੀ ਦਾ ਮਾਮਲਾ ਆਉਂਦਾ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਐਡਵੋਕੇਟ ਜਨਰਲ ਸੀੜੀ ਤੇ ਪਿਆ ਬਿਮਾਰ ਹੋ ਜਾਂਦਾ ਸੀ। ਜੇ ਤੁਸੀਂ ਉਦੋਂ ਵਕਤ ਸਿਰ ਉਹ ਕੰਮ ਕਰ ਗਏ ਹੁੰਦੇ, ਭਾਵੇਂ ਰਾਇ ਤੇ ਕਰ ਜਾਂਦੇ, ਤਾਂ ਅੱਜ ਸਵਾਲ ਹੀ ਨਹੀਂ ਸੀ ਉੱਠਣਾ। ਇਹ ਕੇਸ ਕਿਸੇ ਲੱਗਿਆ ਹੁੰਦਾ ਪਾਸੇ। ਪ੍ਰਕਾਸ਼ ਸਿੰਘ ਬਾਦਲ ਨੇ 1996 ਚ ਆਖਿਆ ਕਿ ਜੇ ਸਾਡੀ ਸਰਕਾਰ ਆ ਗਈ, ਮੈਂ ਇੱਕ ਕਮਿਸ਼ਨ ਬਣਾਵਾਂਗਾ, ਤੁਸੀਂ ਕੁਰਸੀ ਪ੍ਰਾਪਤ ਕਰਨੀ ਆ ਕਰ ਲਓ, ਪਰ ਪੰਜਾਬ ਦੇ ਹਿੱਤਾਂ ਪ੍ਰਤੀ ਜੇ ਸੁਹਿਰਦ ਹੁੰਦੇ ਤਾਂ ਨਾ ਤਾਂ ਇਹ ਪੰਜਾਬ ਸੂਬੀ ਬੰਨੀ ਸੀ ਔਰ ਨਾ ਹੀ ਪੰਜਾਬ ਦਾ ਇਸ ਤਰ੍ਹਾਂ ਜਨਾਜ਼ਾ ਨਿਕਲਣਾ ਸੀ ਜਿਹੜਾ ਅੱਜ ਕੱਢਿਆ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਕਿਹਨੂੰ ਤਾਜ ਬਖਸ਼ਣਾ ਹੈ, ਅਜੇ ਤੱਕ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨੂੰ ਜਿੱਥੇ ਹੋਰ ਗਰੰਟੀਆਂ ਦਿੱਤੀਆਂ ਨੇ, ਇੱਕ ਇਹ ਵੀ ਗਰੰਟੀ ਦੇ ਦੇਣ ਕਿ ਉਹਦਾ ਕੋਈ MLA MP ਉਹਨੂੰ ਛੱਡ ਕੇ ਨਹੀਂ ਜਾਏ। ਅਕਾਲ ਤਖਤ ਸਾਹਿਬ ਦਾ ਰੁਤਬਾ, ਉੱਥੋਂ ਦਾ ਮਾਨਾ ਪੱਤਾ ਇਤਿਹਾਸ ਗੁਰੂ ਸਾਹਿਬ ਨੇ ਜੋ ਬਣਾਇਆ। ਜੇ ਕਾਂਗਰਸ ਨੇ 17 ਦੇ ਵਿੱਚ ਇਹ ਵਾਅਦਾ ਤਾਂ ਅਸੀਂ ਵੀ ਕਹਿੰਦੇ ਹਾਂ, ਇਹਨਾਂ ਨੇ ਕੀਤਾ ਸੀ ਕਿ ਘਰ ਘਰ ਰੁਜ਼ਗਾਰ ਤੇ ਸਾਰਾ ਕਰਜ਼ਾ ਮਾਫ। ਕੁਰਸੀ ਤੇ ਬੈਠਣ ਸਾਰ ਅਮਰਿੰਦਰ ਸਿੰਘ ਮੁੱਕਰ ਗਏ। ਉਹ ਕਹਿੰਦੇ ਮੈਂ ਤਾਂ 2 ਤੇ 2.5 ਏਕੜ ਵਾਲਿਆਂ ਦਾ ਕਿਹਾ ਸੀ। ਉਹ ਇਸ ਗੱਲ ਦੀ ਦੁਹਾਈ ਪਾਉਂਦੀਆਂ ਨੇ ਕਿ ਜਦੋਂ ਇਹਨਾਂ ਨੇ ਆਪਣੇ ਭੱਤੇ ਵਧਾਉਣੇ ਆ, ਪੈਨਸ਼ਨਾਂ ਲੈਣੀਆਂ ਨੇ, ਉਦੋਂ ਇਹ ਮਿੰਟ 'ਚ ਵਧਾ ਲੈਂਦੇ ਨੇ। ਸਰਕਾਰੀ ਖਜ਼ਾਨੇ ਦੇ ਬੋਝ 35 ਸਲਾਹ ਕਰ ਲੱਗ ਜਾਂਦੇ ਨੇ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਮਨਦੀਪ ਕੌਰ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੇਰੇ ਨਾਲ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਜੁੜ ਚੁੱਕੇ ਨੇ, ਜੋ ਵੱਖ-ਵੱਖ ਮੁੱਦਿਆਂ ਤੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਵਿਚਾਰ ਚਰਚਾ ਕਰਦੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਬੀਤੇ ਦਿਨੀ ਵਿਕਰਮਜੀਤ ਸਿੰਘ ਮਜੀਠੀਆ ਤੇ FIR ਦਰਜ ਹੋਈ ਹੈ। ਇਸ ਦੇ ਚੱਲਦਿਆਂ ਵਿਕਰਮਜੀਤ ਸਿੰਘ ਮਜੀਠੀਆ ਦੀ ਸੁਪਨਗਾਹਾਂ ਤੇ ਛਾਪੇ ਮਾਰੇ ਜਾ ਰਹੇ ਨੇ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਵਿਕਰਮ ਸਿੰਘ ਮਜੀਠੀਆ ਸਾਬਕਾ ਮਾਲ ਮੰਤਰੀ, ਲੋਕ ਸੰਪਰਕ ਵਿਭਾਗ ਵੀ ਉਹਨਾਂ ਕੋਲ ਸੀ, ਤੇ ਸਾਬਕਾ ਮੁੱਖ ਮੰਤਰੀ ਜੋ 5 ਵਾਰ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਸੁਪੁੱਤਰ ਦੇ ਨਜ਼ਦੀਕੀ ਰਿਸ਼ਤੇਦਾਰ ਨੇ। ਬਾਦਲ ਪਰਿਵਾਰ ਦੀ ਨੂੰਹ ਮਜੀਠੀਆ ਸਾਹਿਬ ਦੇ ਭੈਣ ਹੈ। 2008 ਦੇ ਵਿੱਚ ਇੱਕ DSP ਪੱਧਰ ਦਾ ਪਹਿਲਵਾਨ ਜਗਦੀਸ਼ ਭੋਲਾ, ਜਿਹਨੂੰ ਕਈ ਪੁਰਸਕਾਰ ਪ੍ਰਾਪਤ ਹੋਏ ਸਨ, ਨੂੰ ਐਸੀ ਲੱਥ ਲੱਗੀ ਕਿ ਉਸਨੇ ਡਰੱਗ ਦਾ ਕੰਮ ਸ਼ੁਰੂ ਕਰ ਲਿਆ। ਡਰੱਗ ਇਸ ਵੇਲੇ ਬਹੁਤ ਵੱਡਾ ਮੁੱਦਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ। ਸਾਰੇ ਮੁਲਕ ਇਸ ਤੋਂ ਪਰੇਸ਼ਾਨ ਨੇ। ਚਾਹੀਦਾ ਤਾਂ ਇਹ ਹੈ ਕਿ ਇਹਦੇ ਵਿੱਚ ਕੋਈ ਸਾਂਝਾ ਯਤਨ ਕੀਤਾ ਜਾਵੇ ਕਿ ਸਾਡੀ ਨੌਜਵਾਨੀ ਨੂੰ ਇਸ ਡਰੱਗ ਦੇ ਸਕੰਜੇ ਚੋਂ ਬਾਹਰ ਕੱਢਿਆ ਜਾਵੇ। ਜਿਵੇਂ ਡਰੱਗ ਦੀ ਜਿਹੜੀ ਲੋਕ ਨੇ, ਉਹਨਾਂ ਦੀ ਗਿਣਤੀ ਵੱਧ ਰਹੀ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਸੋਚਣ ਵਾਲਾ ਵਿਸ਼ਾ ਹੈ। ਸਾਨੂੰ ਸੋਚਣਾ ਚਾਹੀਦਾ, ਦੇਖਣਾ ਚਾਹੀਦਾ, ਕੁਝ ਕਰਨਾ ਚਾਹੀਦਾ। ਸੋ ਵਿਕਰਮ ਸਿੰਘ ਮਜੀਠੀਆ ਦਾ ਇਹ 2008 ਦਾ ਮਾਮਲਾ ਹੈ। ਮੈਂ ਅੱਜ ਹੀ ਚੰਡੀਗੜ੍ਹ ਦੇ ਇੱਕ ਬਹੁਤ ਸੀਨੀਅਰ ਵਕੀਲ ਸਰਦਾਰ ਨਵਕਿਰਨ ਸਿੰਘ ਦੀ ਇੰਟਰਵਿਊ ਸੁਣ ਰਿਹਾ ਸੀ। ਉਹ ਕਹਿੰਦੇ ਵੀ ਰਿਪੋਰਟ ਦੇ ਵਿੱਚ ਇਹ ਹੈਗਾ। ਉਹਨਾਂ ਨੇ ਬਰਾਬਰ ਅਰਜ਼ੀਆਂ ਲਾਈਆਂ ਸੀ ਕਿ ਵਿਕਰਮ ਸਿੰਘ ਮਜੀਠੀਆ ਦਾ ਰਿਹਾਇਸ਼ ਤੇ ਗੱਡੀ, ਜਿਹੜੇ ਬੰਦਿਆਂ ਤੇ ਦੋਸ਼ ਲੱਗਦੇ ਸੀ ਕਿ ਉਹ ਡਰੱਗ ਦਾ ਧੰਦਾ ਕਰਦੇ ਨੇ, ਉਹਨਾਂ ਦੀ ਛੁਪਣਗਾ ਵਿਕਰਮ ਸਿੰਘ ਮਜੀਠੀਆ ਦਾ ਘਰ ਸੀ। ਉਹਨਾਂ ਦੇ ਨਾਲ ਉਹਨਾਂ ਦੇ ਸੰਬੰਧ ਵੀ ਸੀ।
ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਵਿਆਹ ਸਮਾਗਮ ਵਿੱਚ ਵੀ ਉਹਨਾਂ ਦੀ ਭੂਮਿਕਾ ਕਾਫੀ ਨਜ਼ਦੀਕੀਆਂ ਵਾਲੀ ਦੱਸੀ ਜਾਂਦੀ ਸੀ। ਜਗਦੀਸ਼ ਭੁੱਲਰ ਤੋਂ ਅੱਗੇ ਤੁਰਦਾ ਤੁਰਦਾ ਕਈ ਬੰਦੇ ਇਸ ਲਪੇਟੇ ਦੇ ਵਿੱਚ ਆ ਗਏ, ਪਰ ਵਿਕਰਮ ਸਿੰਘ ਮਜੀਠੀਆ ਤੇ ਸਿੱਧਾ ਕੋਈ ਕਿਸੇ ਨੇ ਇਸ ਮਾਮਲੇ ਨੂੰ ਚੱਕਿਆ ਨਹੀਂ। ਜੇ 2008 ਦੇ ਵਿੱਚ ਜਦੋਂ ਇਹ ਮਾਮਲਾ ਉੱਠਿਆ ਸੀ, ਜਗਦੀਸ਼ ਭੋਲੇ ਨੇ ਸ਼ਾਇਦ ਉਸ ਸਮੇਂ ਦੌਰਾਨ ਹੀ ਵਿਕਰਮ ਸਿੰਘ ਮਜੀਠੀਆ ਦਾ ਨਾਮ ਲੈ ਲਿਆ ਸੀ। ਉਸ ਵੇਲੇ ਇਹਦੀ ਜਾਂਚ ਕਿਸੇ ਸੀਨੀਅਰ ਟੀਮ ਤੋਂ ਕਰਵਾ ਲਈ ਜਾਂਦੀ, ਕਿਉਂਕਿ 12 ਤੋਂ ਲੈ ਕੇ 17 ਤੱਕ ਵੀ ਸਰਕਾਰ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੀ ਨਾ, ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਰੀ ਮਾਲ ਮੰਤਰੀ ਸੀ। ਅਵਿਸਲਾ ਛੱਡਿਆ ਗਿਆ। ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ 17 ਦੇ ਵਿੱਚ। 4.5 ਸਾਲ ਕੈਪਟਨ ਸਾਹਿਬ ਵੀ ਚੁੱਪ ਕਰੇ ਬੈਠੇ ਰਹੇ, ਕੋਈ ਗੱਲ ਨਹੀਂ ਕੀਤੀ। ਅੱਜ ਉਹਨਾਂ ਦਾ ਹੇਜ ਮਜੀਠੀਆ ਪਰਿਵਾਰ ਪ੍ਰਤੀ ਬੜਾ ਡੁੱਲ ਪੈਂਦਾ। ਉਹ ਕਹਿੰਦੇ ਜੀ ਇਹ ਤਾਂ ਰਿਪੋਰਟ ਖੁੱਲੀ ਨਹੀਂ ਹਾਈ ਕੋਰਟ ਦੇ ਵਿੱਚ, ਤੇ ਇਹ ਕਿਹੜਾ ਬੇਸ ਬਣਾ ਕੇ ਇਹਨਾਂ ਨੇ ਕਰ ਲਿਆ ਤੇ ਇੱਕ ਦਿਨ 'ਚ ਜ਼ਮਾਨਤ ਹੋ ਜੂ। ਹਾਂ, ਉਹ ਮੁੱਖ ਮੰਤਰੀ ਰਹੇ ਨੇ, ਪਤਾ ਸੀ ਉਹਨਾਂ ਨੂੰ। ਤਾਂ ਫਿਰ ਮੁੱਖ ਮੰਤਰੀ ਸਾਹਿਬ 2018 ਦੀ ਇਹ ਰਿਪੋਰਟ ਸੌਂਪੀ ਵੀ ਹੈ ਹਾਈ ਕੋਰਟ ਨੂੰ ਸਿਧਾਰਥ ਚਟੋਪਾਧਿਆ ਤੇ ਹਰਪ੍ਰੀਤ ਸਿੰਘ ਸਿੱਧੂ ਨੇ, ਤੇ ਫਿਰ ਖਿਲਾਉਣੀ ਕਿਹਨੇ ਸੀ? ਤੁਹਾਡੇ ਐਡਵੋਕੇਟ ਜਨਰਲ ਨੇ ਖਿਲਾਉਣੀ ਸੀ, ਜਾਂ ਹੋ ਸਕਦਾ ਤੁਹਾਨੂੰ ਉਹ ਦੱਸ ਗਏ ਹੁਣ ਦੋਨੇ ਅਧਿਕਾਰੀ ਕਿ ਇਹਦੇ ਵਿੱਚ ਆਹ ਕੁਛ ਹੈਗਾ। ਅਵਿਸਲੇ ਕਿਉਂ ਰਹੇ, ਚੁੱਪ ਕਿਉਂ, ਸੁੱਤੇ ਕਿਉਂ ਪਏ ਰਹੇ? ਅੱਜ ਕੈਪਟਨ ਅਮਰਿੰਦਰ ਸਿੰਘ ਤੰਜ ਕੱਸਦੇ ਨੇ ਕਿ ਇਹਦੇ ਵਿੱਚ ਆਹ ਨਹੀਂ, ਫਲਾਨਾ ਨਹੀਂ, ਢਿਮਕਾ ਨਹੀਂ, ਜਦੋਂ 4.5 ਸਾਲ ਸਾਰਾ ਕੁਝ ਤੁਹਾਡੇ ਕੋਲੇ ਸੀ। ਤੁਸੀਂ 3 ਸਾਲ ਦੇ ਵਿੱਚ ਇਹ ਰਿਪੋਰਟ ਕਿਉਂ ਨਾ ਖਿਲਾਈ? ਜੇ ਇਸ ਰਿਪੋਰਟ 'ਚ ਕੱਖ ਨਹੀਂ ਸੀ ਤਾਂ ਮਜੀਠੀਆ ਹੋਰਾਂ ਨੂੰ ਕਲੀਨ ਚਿੱਟ ਦਿੱਤੀ ਜਾਂਦੀ। ਉਦੋਂ ਤੁਸੀਂ ਚੁੱਪ ਕਾਹਦੇ ਵਾਸਤੇ ਰਹੇ? ਅੱਜ ਤੁਹਾਨੂੰ ਇੰਨਾ ਹੇਜ ਪੈਂਦਾ ਹੈ ਤਾਂ ਕਾਫੀ ਕੁਛ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਬੋਲ ਕੇ ਗਏ ਨੇ ਕਿ ਇਹ ਤਾਂ ਜੀ ਬਦਲਾਖੋਰੀ ਹੈ, ਇਹ ਫਲਾਨਾ ਹੈ, ਇਹ ਢਿਮਕਾ। ਤੇ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹਿਲੇ ਦਿਨ ਤੋਂ ਸਵਾਲ ਚੁੱਕ ਰਿਹਾ ਹੈ ਕਿ ਤੁਸੀਂ 75-25 ਮਿਲ ਕੇ ਖੇਡਦੇ ਹੋ, ਤੁਸੀਂ ਸਾਰਾ ਕੁਝ ਇਕੱਠੇ ਕਰਦੇ ਹੋ। ਸੋ ਹੁਣ ਜਿਹੜੀ AIG ਬਲਰਾਜ ਸਿੰਘ ਹੈ, ਉਹਦੀ ਅਗਵਾਈ ਵਿੱਚ ਇੱਕ ਸਿੱਟ ਬਣਾਈ ਗਈ ਹੈ। ਕਹਿੰਦੇ ਕਿ ਉਹ ਸਿੱਟ ਨੇ 4 ਟੀਮਾਂ ਗਠਿਤ ਕੀਤੀਆਂ ਨੇ, ਤੇ ਵਿਕਰਮ ਸਿੰਘ ਮਜੀਠੀਆ ਦੀਆਂ ਜਿਹੜੀਆਂ ਛੁਪਣਗਾਹਾਂ ਨੇ, ਜਿੱਥੇ ਸ਼ੱਕ ਕੀਤਾ ਜਾ ਸਕਦਾ ਕਿ ਉਹ ਇੱਥੇ ਰਹਿ ਹੋ ਸਕਦੇ ਨੇ, ਉੱਥੇ ਕਹਿੰਦੇ ਉਹਨਾਂ ਨੇ 16 ਥਾਵਾਂ ਤੇ ਛਾਪੇ ਮਾਰੇ ਨੇ। ਮੇਰੇ ਖਿਆਲ ਇਹ ਸਾਰਾ ਕੁਝ ਅੱਕੀ ਪਲਾਹੀ ਸੁੱਟਾ ਮਾਰ ਰਹੇ ਨੇ। ਇਹ ਕਿਵੇਂ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਟਿਕਾਣੇ ਦਾ ਪਤਾ ਨਾ ਹੋਵੇ? ਜੇ ਪੁਲਿਸ ਆਪਣੇ ਕੰਮ ਤੇ ਆ ਜਾਵੇ ਤਾਂ ਪੁਲਿਸ ਕਿਸੇ ਨੂੰ ਕਦੋਂ ਵੀ ਫੜ ਸਕਦੀ ਹੈ। ਮੇਰਾ ਖਿਆਲ ਜਿਹੜੇ ਸਰਕਾਰ ਵਾਲੇ ਨੇ ਉਹ ਵੀ ਵਿਕਰਮ ਸਿੰਘ ਮਜੀਠੀਆ ਨੂੰ ਫੜਨਾ ਨਹੀਂ ਚਾਹੁੰਦੇ, ਫੋਕੇ ਡਰਾਵੇ ਮਾਰਦੇ ਨੇ, ਕਿਉਂਕਿ ਜੇ ਵਿਕਰਮ ਸਿੰਘ ਮਜੀਠੀਆ ਗ੍ਰਿਫਤਾਰ ਹੋ ਗਿਆ ਤਾਂ ਸਾਰਾ ਕੁਝ ਇਹਨਾਂ ਦੇ ਹੱਥਾਂ ਚੋਂ ਨਿਕਲ ਕੇ ਅਦਾਲਤਾਂ 'ਚ ਚਲਿਆ ਜਾਵੇਗਾ। ਅਦਾਲਤਾਂ ਦੇ ਵਿੱਚ ਫਿਰ ਇਹਨਾਂ ਦੀ ਚੱਲਣੀ ਨਹੀਂ। ਵੱਧ ਤੋਂ ਵੱਧ ਕੀ ਹੋਏਗਾ ਜੇ ਵਿਕਰਮ ਸਿੰਘ ਮਜੀਠੀਆ ਨੂੰ ਇਹ ਗ੍ਰਿਫਤਾਰ ਕਰ ਵੀ ਲੈਂਦੇ ਨੇ? ਮੈਂ ਵੱਧ ਤੋਂ ਵੱਧ ਮਾਮਲੇ 'ਚ ਜਾਣਾ, ਅਦਾਲਤ ਤੋਂ 14 ਦਿਨ ਦਾ ਰਿਮਾਂਡ ਲੈ ਲੈਣਗੇ। ਉਸ ਤੋਂ ਬਾਅਦ ਅਦਾਲਤ ਨੇ ਉਹਨੂੰ ਨਿਆਂਇਕ ਹਿਰਾਸਤ 'ਚ ਭੇਜ ਦੇਣਾ। ਜਿਵੇਂ ਬਾਕੀ ਵੀ ਜੇਲ੍ਹਾਂ 'ਚ ਹੋਰ ਤੁਰੇ ਫਿਰਦੇ ਨੇ, ਉਸੇ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਵੀ ਜੇਲ੍ਹ 'ਚ ਬਹਿ ਜਾਏਗਾ। ਉਸ ਤੋਂ ਬਾਅਦ ਉਹਦੇ ਕੋਲੇ ਕਾਨੂੰਨਨ ਚਾਰਾਜੋਈ ਕਰਨ ਵਾਸਤੇ ਪੂਰਾ ਸਮਾਂ ਕਿ ਉਹ ਜ਼ਮਾਨਤ ਅਗਾਊਂ ਵੀ ਲੈ ਸਕਦਾ, ਤੇ ਜਿਹੜੀ ਜ਼ਮਾਨਤ ਹੈ ਉਹ ਅਦਾਲਤ ਦੇ ਰਾਹੀਂ ਵੀ ਆ ਸਕਦੀ ਹੈ। ਪਰ ਜੇ ਇਹਨੂੰ ਗ੍ਰਿਫਤਾਰ ਹੀ ਨਾ ਕਰਨ, ਐਸੇ ਤਰ੍ਹਾਂ ਤਲਵਾਰ ਲਟਕਾਈ ਰੱਖਣ, ਤਾਂ ਚੋਣਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਪ੍ਰਚਾਰ ਕਿਵੇਂ ਕਰੇਗਾ? ਅਕਾਲੀ ਦਲ ਨੂੰ ਮਾਝੇ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਤਾਂ ਕੋਈ ਚਾਹੀਦਾ, ਉੱਥੋਂ ਦੀਆਂ 24-25 ਸੀਟਾਂ ਨੇ। ਇਸ ਕਰਕੇ ਇਹ ਨਾ 28 ਸੀਟਾਂ ਨੇ ਮੇਰੇ ਖਿਆਲ, 25 ਦੁਆਬੇ ਦੀਆਂ ਨੇ,
ਤੇ 69 ਦੇ ਕਰੀਬ ਹੈਗੀਆਂ ਨੇ ਮਾਲਵੇ ਦੀਆਂ। ਇਸ ਕਰਕੇ ਉਹ ਕਿਵੇਂ ਕਰਨਗੇ? ਸੋ ਇਸ ਵੇਲੇ ਦੀ ਸਥਿਤੀ ਇਹ ਹੈ, ਇਹਨਾਂ ਨੇ ਲੁੱਕ ਆਊਟ ਨੋਟਿਸ ਜਾਰੀ ਕਰਤਾ। ਲੁੱਕ ਆਊਟ ਨੋਟਿਸ ਦਾ ਮਤਲਬ ਇਹੋ ਹੀ ਹੁੰਦਾ ਕਿ ਬੰਦਾ ਛੱਡ ਕੇ ਵਿਦੇਸ਼ਾਂ ਨੂੰ ਨਾ ਚੱਲ ਜਾਵੇ, ਉਹਦੀ ਸੂਚਨਾ ਹਵਾਈ ਅੱਡਿਆਂ ਤੱਕ ਦੇ ਦਿੱਤੀ ਜਾਂਦੀ ਹੈ। ਪਰ ਇੱਥੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਈ ਲੁੱਕ ਆਊਟ ਨੋਟਿਸ ਤੋਂ ਬਾਅਦ ਵੀ ਵਿਦੇਸ਼ਾਂ ਨੂੰ ਭੱਜ ਗਏ, ਇਹਨਾਂ ਦੇ ਕੋਲ ਬੈਠਿਆਂ। ਸੋ ਇਹ ਮੁੱਦਾ ਹੁਣ ਦੂਜਿਆਂ ਨੂੰ ਜ਼ਿਆਦਾ ਉੱਪਰ ਆ ਗਿਆ। ਲਗਾਤਾਰ ਇਹ ਜਾਰੀ ਹੈ। ਕੀ ਅਗਲੇ ਦਿਨਾਂ ਦੇ ਵਿੱਚ ਉਹ ਫੜ ਕੇ ਲਿਆਉਂਦੇ ਨੇ, ਨਹੀਂ ਲਿਆਉਂਦੇ, ਸਮਾਂ ਦੱਸੇਗਾ। ਉੱਥੇ ਹੀ ਵਿਕਰਮ ਸਿੰਘ ਮਜੀਠੀਆ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਤੰਜ ਕੱਸਿਆ ਗਿਆ। ਉਹਨਾਂ ਕਿਹਾ ਕਿ 4.5 ਸਾਲ ਵੀ ਉਹ ਵਿਕਰਮ ਨੂੰ ਕਿਉਂ ਬਚਾਉਂਦੇ ਰਹੇ। ਇਸ ਵਾਰ ਤੁਹਾਡਾ ਕੀ ਕਹਿਣਾ? ਕੱਲ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤੀਕਰਮ ਦਿੱਤਾ ਹੈ ਨਾ, ਸਿੱਧੂ ਨੇ ਤਾਂ ਕਹਿਤਾ ਕਿ ਅਜੇ ਸ਼ੁਰੂਆਤ ਹੋਈ ਹੈ, ਸਜ਼ਾ ਦੇ ਅੰਜਾਮ ਤੱਕ ਲੈ ਕੇ ਜਾਵਾਂਗੇ। ਇਹ ਤਾਂ ਹੈ, ਤੁਸੀਂ ਬਿਨਾਂ ਕਿਸੇ ਮਤਲਬ ਨੂੰ ਬਿਨਾਂ ਦੋਸ਼ਾਂ ਤੋਂ ਬਦਨਾਮ ਕਰ ਦੇਵੋ, ਇਹ ਤਾਂ ਬੜੀ ਗੱਲ ਹੈ। ਜੇ ਸਜ਼ਾ ਤੱਕ ਲਿਜਾਓਗੇ ਤਾਂ ਹੀ ਫਾਇਦਾ, ਨਹੀਂ ਕੇਸ ਬਣਾਉਣ ਦਾ ਫਾਇਦਾ ਕੀ ਹੈ? ਕੀ ਕਾਨੂੰਨਨ ਧਿਰ ਜਿਹੜੀਆਂ ਗਲਤੀਆਂ ਕੈਪਟਨ ਅਮਰਿੰਦਰ ਸਿੰਘ ਵੇਲੇ ਹੋਈਆਂ ਤੇ ਜੋ ਕੁਝ ਬੇਅਦਬੀ ਮਾਮਲੇ 'ਚ ਇਹਨਾਂ ਨਾਲ ਵਾਪਰਿਆ, ਬਾਅਦ ਦੇ ਵਿੱਚ ਸੁਮੇਧ ਸਿੰਘ ਸੈਣੀ ਵਾਲੇ ਮਾਮਲੇ 'ਚ ਵਾਪਰਿਆ, ਇਹ ਸਾਰੇ ਕੁਝ ਦੇ ਵਿੱਚ ਸਵਾਲ ਤਾਂ ਉੱਠਦੇ ਆ। ਇਹਨਾਂ ਦਾ ਜਿਹੜਾ ਕਾਨੂੰਨਨ ਹੈ, ਜਦੋਂ ਬੇਅਦਬੀ ਦਾ ਮਾਮਲਾ ਆਉਂਦਾ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਐਡਵੋਕੇਟ ਜਨਰਲ ਸੀੜੀ ਤੇ ਪਿਆ ਬਿਮਾਰ ਹੋ ਜਾਂਦਾ ਸੀ। ਉਹ ਜਿਹੜਾ ਕਹਿੰਦੇ ਆ ਨਾ ਆਪਣਾ ਉਹ ਲੈ ਕੇ ਜਾਂਦੇ ਆ ਮਰੀਜ਼ ਨੂੰ ਪਾ ਕੇ, ਉਹਦੇ ਤੇ ਹੀ ਪੈ ਜਾਂਦਾ ਸੀ। ਇੰਨੀਆਂ ਮੋਟੀਆਂ ਪੰਜਾਬ ਦੇ ਪੈਸੇ ਦੀ ਬਰਬਾਦੀ ਕੀਤੀ ਗਈ। ਉਹਨੂੰ ਐਡਵੋਕੇਟ ਜਨਰਲ ਲਾਇਆ ਕਾਹਦੇ ਵਾਸਤੇ ਸੀ, ਜੇ ਉਹਨੇ ਕੋਈ ਕੇਸ ਜਿੱਤ ਕੇ ਨਹੀਂ ਸੀ ਦੇਣਾ। ਇੱਕ ਵਾਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕੈਪਟਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਿ ਕੈਪਟਨ ਸਾਹਿਬ, ਆਹ ਫੌਜਾਂ ਕੇਸ ਹਰਾਉਣ ਵਾਸਤੇ ਇਕੱਠੀਆਂ ਕੀਤੀਆਂ ਹੋਈਆਂ ਨੇ। ਐਡਾ ਵੱਡਾ ਇਹਦਾ ਦਫ਼ਤਰ ਹੈ, ਜਦੋਂ ਕੋਈ ਖਾਸ ਕੇਸ ਹੁੰਦਾ ਹੈ ਵਕੀਲ ਲੈਣ ਵਾਸਤੇ ਦਿੱਲੀ ਤੁਰ ਪੈਂਦਾ ਹੈ। ਬੇਅਦਬੀ ਕੇਸਾਂ ਦੇ ਵਿੱਚ ਇਹ ਕਦੇ ਪੇਸ਼ ਨਹੀਂ ਹੋਇਆ। ਕਿਹਦਾ ਮੂਰਖ ਬਣਾਇਆ ਜਾ ਰਿਹਾ ਸੀ? ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਦਰਦ ਮਜੀਠੀਆ ਪ੍ਰਤੀ ਨਜ਼ਰ ਆਉਂਦਾ ਹੈ, ਜੇ ਇੰਨਾ ਕੁ ਦਰਦ ਉਹ ਬੇਅਦਬੀਆਂ ਤੇ ਨਸ਼ਿਆਂ ਦੇ ਮਾਮਲੇ 'ਚ ਲਾ ਦਿੰਦੇ, ਅਸੀਂ ਨਹੀਂ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੋਸ਼ੀ ਹੈ, ਇਹ ਅਦਾਲਤ ਨੇ ਸਾਬਤ ਕਰਨਾ ਹੈ। ਪਰਚਾ ਦਰਜ ਕਰਤਾ, ਅਦਾਲਤ 'ਚ ਸਾਬਤ ਹੋ ਜਾਏਗਾ ਤਾਂ ਉਹਨੂੰ 10 ਸਾਲ ਤੋਂ ਲੈ ਕੇ 20 ਸਾਲ ਦੀ ਕੈਦ ਹੋ ਜਾਏਗੀ। ਅਦਾਲਤ ਵਿੱਚ ਸਾਬਤ ਨਾ ਹੋਇਆ, ਉਹ ਬਰੀ ਹੋ ਜਾਣਗੇ। ਜਦੋਂ ਬਰੀ ਹੋ ਗਏ, ਉਸ ਵੇਲੇ ਫਿਰ ਇਹਨਾਂ ਦੇ ਉੱਤੇ 182 ਧਾਰਾ ਦਾ ਕੇਸ ਬਣ ਸਕਦਾ ਕਿ ਇਹਨਾਂ ਨੇ ਝੂਠਾ ਕੇਸ ਬਣਾਇਆ ਸੀ। ਇਹ ਕੇਸ ਕੋਈ ਇੱਥੇ ਨਹੀਂ ਮੁੱਕਣਾ, ਸੈਸ਼ਨ ਤੋਂ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਜਾਏਗਾ। ਇੱਕ ਬੈਂਚ ਫਿਰ ਦੂਜੇ ਬੈਂਚ ਤੱਕ ਜਾਏਗਾ, ਇਹ ਲੰਬਾ ਚੱਲੇਗਾ। ਸੋ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਤੰਜ ਕੱਸਿਆ ਕੈਪਟਨ ਅਮਰਿੰਦਰ ਸਿੰਘ ਤੇ, ਬਿਲਕੁਲ ਠੀਕ ਕੱਸਿਆ ਵੀ 2018 ਦੀ ਇਹ ਸੀਲਬੰਦ ਰਿਪੋਰਟ ਪਈ ਆ, ਉਹ ਖਿਲਾਉਣੀ ਕਿਹਨੇ ਸੀ? ਮੁੱਖ ਮੰਤਰੀ ਤੌਰ ਦੇ ਉੱਤੇ ਤੁਸੀਂ ਤੇ ਤੁਹਾਡਾ ਜਿਹੜਾ ਐਡਵੋਕੇਟ ਲਾਡਲਾ ਜਨਰਲ ਸੀ, ਲਾਡਲਾ ਜਿਹੜਾ ਐਡਵੋਕੇਟ ਜਨਰਲ ਸੀ ਨਾ, ਉਹਦੇ ਤੋਂ ਖਲਵਾਉਣੀ ਸੀ। ਉਹ ਕਿਉਂ ਨਾ ਖਲਾਈ? ਕੌਣ ਜ਼ਿੰਮੇਵਾਰ ਆ ਉਹਦਾ? ਜੇ ਤੁਸੀਂ ਉਦੋਂ ਵਕਤ ਸਿਰ ਉਹ ਕੰਮ ਕਰ ਗਏ ਹੁੰਦੇ, ਭਾਵੇਂ ਰਾਇ ਤੇ ਕਰ ਜਾਂਦੇ, ਤਾਂ ਅੱਜ ਸਵਾਲ ਹੀ ਨਹੀਂ ਸੀ ਉੱਠਣਾ। ਇਹ ਕੇਸ ਕਿਸੇ ਲੱਗਿਆ ਹੁੰਦਾ ਪਾਸੇ। ਸਹੁੰ ਤਾਂ ਤੁਸੀਂ ਚੱਕੀ ਸੀ ਗੁਟਕਾ ਸਾਹਿਬ ਦੀ ਕਿ ਮੈਂ ਬੇਅਦਬੀਆਂ 'ਚ ਵੀ ਇਨਸਾਫ ਦੇਵਾਂਗਾ, ਤੇ ਦਿੱਤਾ। ਸੋ ਕੈਪਟਨ ਸਾਹਿਬ ਜਿਹੜੀ ਗੱਲ ਕਹਿੰਦੇ ਸੀ, ਕੋਈ ਸਮਾਂ ਹੁੰਦਾ ਸੀ ਜਦੋਂ ਕੈਪਟਨ ਸਾਹਿਬ ਬਾਰੇ ਇਹ ਮਸ਼ਹੂਰ ਸੀ ਵੀ ਜੇ ਉਹ ਗੱਲ ਕਹਿ ਦੇਣ ਤੇ ਪਹਿਰਾ ਦਿੰਦੇ ਨੇ। ਪਰ ਇਹ 4.5 ਸਾਲ ਜਿਹੜੀ ਕੈਪਟਨ ਸਾਹਿਬ ਨੇ ਸਰਕਾਰ ਚਲਾਈ, ਉਹਦੇ ਤੇ ਬੜੇ ਤਰ੍ਹਾਂ ਦੇ ਤੰਜ ਕੱਸੇ ਜਾ ਰਹੇ ਨੇ। ਉਹ ਕਿਸੇ ਹੋਰ ਮਾਮਲਿਆਂ 'ਚ ਹੀ ਰੁੱਝੇ ਰਹਿੰਦੇ ਸੀ। ਸਰਕਾਰ ਵਾਲੇ ਪਾਸਿਓਂ ਤਾਂ ਉਹਨੇ ਚੰਦ ਅਧਿਕਾਰੀਆਂ ਨੂੰ ਸਾਰਾ ਕੁਝ ਸੰਭਾਲ ਦਿੱਤਾ ਸੀ, ਜਿਹੜੇ ਨਾ ਵਿਰੋਧੀਆਂ ਨੂੰ ਸੰਤੁਸ਼ਟ ਕਰ ਸਕੇ, ਨਾ ਆਪਣਿਆਂ ਨੂੰ ਸੰਤੁਸ਼ਟ ਕਰ ਸਕੇ, ਨਾ ਪੰਜਾਬ ਦੀ ਜਨਤਾ ਹੀ ਸੰਤੁਸ਼ਟ ਹੋ ਸਕੀ। ਪੰਜਾਬ 'ਚ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਸਰਗਰਮੀਆਂ ਤੇਜ਼ ਨੇ ਤੇ ਮੁਲਾਕਾਤਾਂ ਦਾ ਦੌਰ ਵੀ ਜਾਰੀ ਹੈ, ਉੱਥੇ ਹੀ ਡੇਰਾ ਬਿਆਸ ਮੁਖੀ ਦੇ ਨਾਲ ਸਿੱਧੂ ਨੇ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਇਹ ਡੇਰਾ ਬਿਆਸ ਦੇ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ। ਉਹ 2 ਦਿਨ ਪਹਿਲਾਂ
ਰਾਮਪੁਰਾ ਖੇਤਰ ਦੇ ਵਿੱਚ ਗਏ, ਜਿੱਥੇ ਉਹਨਾਂ ਦੀ ਚਰਚਾ ਛਿੜੀ ਕਿ ਉਹ ਕਾਂਗਰਸ ਦੇ ਸਾਬਕਾ ਮੰਤਰੀ ਤੇ ਆਗੂ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਿਲੇ ਸਨ। ਇਸ ਗੱਲ ਨੇ ਚਰਚਾ ਕਾਫੀ ਛੇੜ ਦਿੱਤੀ ਸੀ। ਅੱਜ ਕਹਿੰਦੇ ਨਵਜੋਤ ਸਿੰਘ ਸਿੱਧੂ ਦੇ ਦਿੱਲੀ ਜਾਣ ਤੋਂ ਪਹਿਲਾਂ ਉਹ ਨਵਜੋਤ ਸਿੰਘ ਸਿੱਧੂ ਨੂੰ ਮਿਲੇ ਨੇ। ਪਤਾ ਲੱਗਿਆ ਕਿ ਉਹਨਾਂ ਦੀ 1 ਘੰਟੇ ਦੇ ਕਰੀਬ ਬੰਦ ਕਮਰੇ ਦੇ ਵਿੱਚ ਗੱਲਬਾਤ ਹੋਈ ਹੈ। ਇਹ ਗੁਰਿੰਦਰ ਸਿੰਘ ਢਿੱਲੋਂ ਉਹ ਸ਼ਖਸੀਅਤ ਨੇ ਜਿਨ੍ਹਾਂ ਬਾਰੇ ਪਤਾ ਲੱਗਿਆ ਕਿ ਉਹ ਬਿਕਰਮ ਸਿੰਘ ਮਜੀਠੀਏ ਦਾ ਵਿਚੋਲੇ ਵਾਲੀ ਭੂਮਿਕਾ ਅਦਾ ਕੀਤੀ ਸੀ ਉਹਨਾਂ ਨੇ। ਅੱਜ ਜੇ ਗੁਰਿੰਦਰ ਸਿੰਘ ਢਿੱਲੋਂ ਸਰਗਰਮ ਹੋਏ ਨੇ ਔਰ ਨਵਜੋਤ ਸਿੰਘ ਸਿੱਧੂ ਉਹਨੂੰ ਮਿਲਣ ਗਏ ਨੇ, ਸਿਆਸੀ ਮਾਹਨਿਆਂ ਦੇ ਵਿੱਚ ਇਹਦਾ ਕਈ ਤਰ੍ਹਾਂ ਦੇ ਮਤਲਬ ਨਿਕਲਦੇ। ਹੁਣ ਇਹ ਤਾਂ ਨਵਜੋਤ ਸਿੰਘ ਸਿੱਧੂ ਹੀ ਦੱਸ ਸਕਦੇ ਆ ਜਾਂ ਗੁਰਿੰਦਰ ਸਿੰਘ ਢਿੱਲੋਂ ਦੱਸ ਸਕਦੇ ਆ ਕਿ ਉਹਨਾਂ ਦੀ ਆਪਸ ਵਿੱਚ ਦੀ ਕਿਹੜੀ ਗੱਲਬਾਤ ਹੋਈ ਸੀ। ਸੋ ਰਮਨਦੀਪ ਕੌਰ ਪੰਜਾਬ ਦੀ ਸਥਿਤੀ ਬੜੀ ਅਜੀਬ ਕਿਸਮ ਵਾਲੇ ਪਾਸੇ ਨੂੰ, ਪੰਜਾਬ ਦੀ ਰਾਜਨੀਤੀ ਨੇ ਕਦੇ ਵੀ ਪੰਜਾਬ ਨੂੰ ਸੁਹਿਰਦਤਾ ਦੇ ਨਾਲ ਨਹੀਂ ਲਿਆ। ਖਾੜਕੂਵਾਦ ਦੇ ਦੌਰਾਨ ਪੰਜਾਬ ਦੀ ਲੁੱਟ ਹੋਈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਮਾਰੇ ਗਏ, ਭਾਵੇਂ ਉਹ ਪੁਲਿਸ ਕਰਮਚਾਰੀ ਸੀ, ਭਾਵੇਂ ਸਾਡੇ ਨੌਜਵਾਨ ਸੀ। ਪ੍ਰਕਾਸ਼ ਸਿੰਘ ਬਾਦਲ ਨੇ 1996 ਚ ਆਖਿਆ ਕਿ ਜਿਵੇਂ ਸਾਡੀ ਸਰਕਾਰ ਆ ਗਈ ਮੈਂ ਇੱਕ ਕਮਿਸ਼ਨ ਬਣਾਵਾਂਗਾ। ਪ੍ਰਕਾਸ਼ ਸਿੰਘ ਬਾਦਲ 3 ਵਾਰ ਮੁੱਖ ਮੰਤਰੀ ਬਣ ਗਿਆ ਉਸ ਤੋਂ ਬਾਅਦ 96 ਤੋਂ। ਪਰ ਉਹਨਾਂ ਨੇ ਜਦੋਂ ਸਵਾਲ ਪੁੱਛਣਾ, ਉਹ ਕਾਕਾ ਕਿਉਂ ਪੰਜਾਬ ਦੇ ਅਮਨ ਸ਼ਾਂਤੀ ਨੂੰ ਲਾਂਬੂ ਲਾਉਂਦੇ ਹੋ? ਤੇ ਜਦੋਂ ਤੁਸੀਂ ਕਿਹਾ ਸੀ ਕਿ ਅਸੀਂ ਇਹ ਤੇ ਕਮਿਸ਼ਨ ਕਰਾਂਗੇ, ਕਿਉਂਕਿ ਸਾਕਾ ਨੀਲਾ ਤਾਰਾ ਦੇ ਵਿੱਚ ਵੀ ਇਹਨਾਂ ਦੀਆਂ ਭੂਮਿਕਾਵਾਂ, ਭਾਵੇਂ ਉਹ ਕਾਂਗਰਸੀ ਤਾਂ ਸਿੱਧੇ ਤੌਰ ਤੇ ਦੋਸ਼ੀ ਨੇ, ਇਹਨਾਂ ਤੇ ਇਲਜ਼ਾਮ ਵੀ ਲੱਗਦੇ ਆ ਕਿ ਇਹਨਾਂ ਦੀ ਮਿਲੀ ਭੁਗਤ ਨਾਲ ਸਾਰਾ ਕੁਝ ਵਾਪਰਿਆ ਸੀ, ਦੋਸ਼ ਲੱਗਦੇ ਆ ਇਹਨਾਂ ਤੇ। ਸੋ ਰਮਨਦੀਪ ਕੌਰ ਇਹ ਸਿਆਸੀ, ਜੇ ਪੰਜਾਬ ਦੀ ਸਿਆਸੀ ਧਿਰਾਂ ਪੰਜਾਬ ਦੇ ਹਿੱਤ ਬਸ ਇਕਜੁੱਟ ਹੋ ਕੇ ਲੜਾਈ ਲੜਦੀਆਂ, ਤੁਸੀਂ ਕੁਰਸੀ ਪ੍ਰਾਪਤ ਕਰਨੀ ਆ ਕਰ ਲਓ, ਪਰ ਪੰਜਾਬ ਦੇ ਹਿੱਤਾਂ ਪ੍ਰਤੀ ਜੇ ਸੁਹਿਰਦ ਹੁੰਦੇ ਤਾਂ ਨਾ ਤਾਂ ਇਹ ਪੰਜਾਬ ਸੂਬੀ ਬੰਨੀ ਸੀ ਔਰ ਨਾ ਹੀ ਪੰਜਾਬ ਦਾ ਇਸ ਤਰ੍ਹਾਂ ਜਨਾਜ਼ਾ ਨਿਕਲਣਾ ਸੀ ਜਿਹੜਾ ਅੱਜ ਕੱਢਿਆ ਜਾ ਰਿਹਾ। ਉਹਦੇ ਵਾਸਤੇ ਕੋਈ ਇੱਕ ਨਹੀਂ, ਸਾਰੀਆਂ ਹੀ ਧਿਰਾਂ ਇਹ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਉਸ ਤੋਂ ਬਾਅਦ 84 ਤੋਂ ਬਾਅਦ ਰਾਜ ਕੀਤਾ। ਸੋ ਅੱਜ ਦੂਸ਼ਣਬਾਜ਼ੀ ਦਾ ਯੁੱਗ ਹੈ, ਇੱਕ ਦੂਜੇ ਤੇ ਦੂਸ਼ਣਬਾਜ਼ੀ ਲਾਈ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਤੁਸੀਂ ਵੇਖਿਓ ਸਹੀ, ਆ ਲੈਣ ਦਿਓ ਸਾਡੀ ਸਰਕਾਰ, ਲਾਲ ਡਾਇਰੀ ਉਹਨਾਂ ਕੋਲੇ ਵੀ ਹੈ, ਉਹ ਵੀ ਖਾਸੇ ਨਾਂ ਨੂੰ ਜੇ ਲਿਖੀ ਬੈਠੇ ਨੇ ਕਿ ਜਿਨ੍ਹਾਂ ਨੇ ਕਹਿੰਦੇ ਆਹ ਮਜੀਠੀਏ ਹੋ ਰਿਹਾ ਤੇ ਆਹ ਕੀਤਾ ਨਾ, ਸਾਰੇ ਬਰਖਾਸਤ ਕਰੂੰਗਾ। ਹੱਕ ਬਣਦਾ ਉਹਨਾਂ ਦਾ ਬਰਖਾਸਤ ਕਰਨ ਦਾ। ਜੇ ਸਰਕਾਰ ਉਹਨਾਂ ਦੀ ਆ ਗਈ, ਇਹ ਸਾਰਾ ਕੁਝ ਵਾਪਰੂਗਾ ਤਾਂ ਨਾ, ਜੇ ਇਹ ਉਹ ਸੱਤਾ ਚਾਹੁੰਦੇ ਨੇ। ਜੇ ਤੇਲ ਹੀ ਨਾ ਇਕੱਠਾ ਹੋਇਆ 9 ਮਣ ਤੇ ਰਾਧਾ ਨੱਚਣੀ ਕਿੱਥੋਂ ਆਏ? ਪਹਿਲਾਂ ਤੁਸੀਂ ਸਰਕਾਰ ਲੈ ਕੇ ਆਓ। ਆਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਹ ਕਰ ਦਿਆਂਗੇ, ਉਹ ਗੱਲਾਂ ਬਾਅਦ ਚ ਨੇ। ਪੰਜਾਬ ਦੇ ਲੋਕਾਂ ਨੂੰ ਕਿਹਨੂੰ ਤਾਜ ਬਖਸ਼ਣਾ ਹੈ, ਅਜੇ ਤੱਕ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕੋਈ ਸਥਿਤੀ ਸਪਸ਼ਟਵਾਦੀ ਨਹੀਂ ਹੈਗੀ। ਇੱਥੇ ਇੱਕ ਪਾਰਟੀ ਦੀ ਸਰਕਾਰ ਬਣੂਗੀ, ਕੋਈ ਪਾਰਟੀਆਂ ਮਿਲ ਕੇ ਸਰਕਾਰ ਬਣਾਉਣਗੀਆਂ, ਜਾਂ ਇੱਥੇ ਮਿਲਗੋਭਾ ਬਣੇਗਾ, ਕਿਸੇ ਨੂੰ ਵੀ ਬਹੁਮਤ ਨਹੀਂ ਮਿਲੇਗਾ। ਸੋ ਇਹ ਆਉਣ ਵਾਲਾ ਸਮਾਂ ਦੱਸੇਗਾ। ਉੱਥੇ ਨਵਜੋਤ ਸਿੰਘ ਸਿੱਧੂ ਵੱਲੋਂ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਗਿਆ। ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ ਤੋਂ ਕੇਜਰੀਵਾਲ ਵੱਲੋਂ ਮਾਫੀ ਕਿਉਂ ਮੰਗੀ ਗਈ ਸੀ। ਇਸ ਉਹਨਾਂ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੇਜਰੀਵਾਲ ਦੇ ਉੱਤੇ ਡਬਲ ਨਿਸ਼ਾਨਾ ਲਾਇਆ ਨਵਜੋਤ ਸਿੰਘ ਸਿੱਧੂ ਨੇ। ਉਹ ਕਹਿੰਦੇ ਵੀ ਇੱਕ ਪਾਸੇ ਤਾਂ ਈਡੀ ਦਾ ਭੁਗਤਿਆ, ਦੂਜਾ ਪਾਸਾ ਜਿਹੜੀ ਐਸਟੀਐਫ ਦੀ ਰਿਪੋਰਟ ਹੈ ਉਹਦੇ ਆਧਾਰ ਤੇ ਉਹਦੇ ਤੇ ਕਾਰਵਾਈ ਹੋਈ ਹੈ, ਹੋਈ ਭਾਵੇਂ ਦੇਰੀ ਨਾਲ ਹੈ, ਕਿਉਂਕਿ ਸਿਆਸੀ ਲੋਕਾਂ ਨੇ ਸਿਆਸਤ ਮੁੱਖ ਰੱਖ ਕੇ ਸਾਰਾ ਕੁਝ ਕਰਨਾ ਹੁੰਦਾ। ਇਹ ਕਈ ਜਿੰਨ ਉਦੋਂ ਕੱਢੇ ਜਾਂਦੇ ਨੇ ਜਦੋਂ ਉਹਦਾ ਬੋਤਲ ਚੋਂ ਜਿੰਨ ਉਦੋਂ ਕੱਢੇ ਜਾਂਦੇ ਨੇ ਜਦੋਂ ਉਹਦਾ ਸਿਆਸੀ ਲਾਹਾ ਮਤਲਬ ਚੰਗੀ ਤਰ੍ਹਾਂ ਮਿਲ ਸਕੇ। ਸੋ ਨਵਜੋਤ ਸਿੰਘ ਸਿੱਧੂ ਨੇ ਇੱਕ ਨਿਸ਼ਾਨਾ ਤਾਂ ਇਹ ਸਾਧਿਆ ਉਹਨਾਂ ਦੇ ਉੱਤੇ, ਕੇਜਰੀਵਾਲ ਤੇ ਸਾਧਿਆ। ਉਹ ਕਹਿੰਦੇ ਵੀ ਅਰਵਿੰਦ ਕੇਜਰੀਵਾਲ
ਪਹਿਲਾਂ ਤਾਂ ਬੜੀਆਂ ਅੱਡੀਆਂ ਚੱਕ ਚੱਕ ਕੇ ਕਹਿੰਦਾ ਸੀ ਇਹ ਮਜੀਠੀਆ ਡਰੱਗ ਸਮਗਲਰ ਹੈ। ਜਦੋਂ ਉਹਨਾਂ ਨੇ ਬਰਾਬਰ ਧਿਰ ਬਣ ਕੇ ਮਾਣਹਾਨੀ ਦਾ ਕੇਸ ਕਰਤਾ ਅਰਵਿੰਦ ਕੇਜਰੀਵਾਲ ਤੇ ਫਿਰ ਨਾਲ ਦੀ ਨਾਲ ਮਾਫੀ ਮੰਗ ਕੇ ਭੱਜ ਗਿਆ। ਜਦੋਂ ਕਿ ਆਮ ਆਦਮੀ ਪਾਰਟੀ ਦੇ ਹੀ ਆਗੂ ਨੇ ਸੰਜੇ ਸਿੰਘ, ਉਹਨਾਂ ਤੇ ਕੇਸ ਮਜੀਠੀਆ ਹੋਰਾਂ ਦਾ ਕੀਤਾ ਚੱਲਦਿਆ, ਉਹ ਬਕਾਇਦਾ ਤਰੀਕਾ ਭੁਗਤਦੇ ਨੇ। ਜੇ ਤੁਸੀਂ ਬਾਅਦ ਦੇ ਵਿੱਚ ਪੂਛ ਨੀਵੀਂ ਕਰਕੇ ਹੀ ਭੱਜਣਾ ਹੈ ਤੇ ਫਿਰ ਪਹਿਲਾਂ ਬੜਕਾ ਮਾਰਨ ਦਾ ਫਾਇਦਾ ਕੀ ਹੈਗਾ? ਉਹੀ ਜੀ ਬੜਕ ਮਾਰੋ ਜਿਹਦੇ ਲਈ ਤੁਹਾਨੂੰ ਬਾਅਦ ਦੇ ਵਿੱਚ ਯੂ ਟਰਨ ਪਿੱਛੇ ਨਾ ਹਟਣਾ ਪਵੇ। ਸੋ ਇਹ ਜਿਹੜਾ ਕੇਜਰੀਵਾਲ ਦੇ ਉੱਤੇ ਨਿਸ਼ਾਨਾ ਸਾਧਿਆ ਨਾ, ਇੱਕ ਨਿਸ਼ਾਨਾ ਉਹਨਾਂ ਨੇ ਹੋਰ ਸਾਧਤਾ ਨਵਜੋਤ ਸਿੰਘ ਸਿੱਧੂ ਨੇ। ਉਹ ਕਹਿੰਦਾ ਵੀ ਅਕਾਲੀ ਦਲ ਦਾ ਸਾਬਕਾ ਵਿਧਾਇਕ ਆ ਦੀਪ ਮਲਹੋਤਰਾ, ਜਿਹੜਾ ਸ਼ਰਾਬ ਦਾ ਬਹੁਤ ਵੱਡਾ ਕਾਰੋਬਾਰੀ ਹੈ। ਅਰਵਿੰਦ ਕੇਜਰੀਵਾਲ ਦੇ ਦਿੱਲੀ ਦੇ ਵਿੱਚ ਵੀ ਉਹਦੇ ਠੇਕੇ ਨੇ। ਇਹ ਅਰਵਿੰਦ ਕੇਜਰੀਵਾਲ ਸ਼ਰਾਬ ਮਾਫੀਏ ਦੇ ਨਾਲ ਮਿਲਿਆ ਹੋਇਆ ਹੈ। ਹੁਣ ਜੇ ਨਹੀਂ ਮਿਲਿਆ ਹੋਇਆ ਫਿਰ ਅਰਵਿੰਦ ਕੇਜਰੀਵਾਲ ਨੂੰ ਨਵਜੋਤ ਸਿੰਘ ਸਿੱਧੂ ਤੇ ਕੇਸ ਕਰਨਾ ਚਾਹੀਦਾ ਮਾਣਹਾਨੀ ਦਾ। ਦੂਜਾ ਉਹ ਨਿਸ਼ਾਨਾ ਲਾਉਂਦੇ ਨੇ ਕਿ ਕੇਜਰੀਵਾਲ ਸਾਹਿਬ, ਬਾਦਲ ਪਰਿਵਾਰ ਦੀਆਂ ਇੰਡੋ ਕੈਨੇਡੀਅਨ ਬੱਸਾਂ ਤਾਂ ਜਾਂਦੀਆਂ ਨੇ ਇੰਦਰਾ ਗਾਂਧੀ ਹਵਾਈ ਅੱਡੇ ਨੂੰ, ਤੇ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਨੇ ਉਹ ਉੱਥੇ ਲਿਜਾਂਦੀਆਂ ਨਹੀਂ ਜਾਂਦੀਆਂ। ਇਹਦੇ ਬਾਰੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਦੱਸਤਾ ਦਿਓ ਵੀ ਕਾਰਨ ਕੀ ਆ ਸਰਕਾਰੀ ਬੱਸਾਂ ਨਾ ਜਾਣ, ਬਾਦਲ ਪਰਿਵਾਰ ਦੀਆਂ ਬੱਸਾਂ ਜਿਹੜੀਆਂ ਨੇ ਉਹ ਇੰਦਰਾ ਗਾਂਧੀ ਹਵਾਈ ਅੱਡੇ ਤੱਕ ਜਾਣ। ਤੇ ਇੱਕ ਗੱਲ ਮੈਂ ਅਕਸਰ ਕਹਿ ਰਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨੂੰ ਜਿੱਥੇ ਹੋਰ ਗਰੰਟੀਆਂ ਦਿੱਤੀਆਂ ਨੇ, ਇੱਕ ਇਹ ਵੀ ਗਰੰਟੀ ਦੇ ਦੇਣ ਕਿ ਉਹਦਾ ਕੋਈ ਐਮਐਲਏ ਐਮਪੀ ਉਹਨੂੰ ਛੱਡ ਕੇ ਨਹੀਂ ਜਾਏਗਾ। ਇਸ ਤੋਂ ਪਹਿਲਾਂ ਲੋਕਾਂ ਦਾ ਇਹ ਹੋ ਗਿਆ ਕਿ ਜਿਹੜੇ ਬੰਦਿਆਂ ਨੇ ਪਾਰਟੀ ਸ਼ੁਰੂ ਕੀਤੀ ਉਹ ਕਾਫੀ ਉਹਨੂੰ ਛੱਡ ਗਏ, ਤੇ 4 ਐਮਪੀ ਪੰਜਾਬ ਚੋਂ ਜਿੱਤੇ, 3 ਛੱਡ ਗਏ, 20 ਐਮਐਲਏ ਆਏ ਉਹਨਾਂ ਚੋਂ ਅੱਧੇ ਛੱਡ ਗਏ। ਸੋ ਇਹਦੀ ਕਿਹੜੀ ਗਰੰਟੀ ਹੈ ਕੇਜਰੀਵਾਲ ਦੀ ਕਿ ਜੇ ਕਹਾਂ ਮੰਨ ਲਓ ਬਹੁਮਤ ਲੈ ਕੇ ਆਉਂਦਾ ਹੈ ਤਾਂ ਜਿਨ੍ਹਾਂ ਨੂੰ ਉਹ ਟਿਕਟ ਦੇਊਗਾ ਉਹ ਬੰਦੇ ਉਹਦੇ ਨਾਲ ਚੱਲਣਗੇ। ਜੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਹੈ ਜੀ। ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ। ਉਹਨਾਂ ਨੇ ਪੱਤਰਕਾਰਾਂ ਨਾਲ ਜੀ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਮਾਨਾ ਮੱਤਾ ਇਤਿਹਾਸ ਹੈ, ਇਹਦੇ ਤੇ ਹਮਲੇ ਨਾ ਕੀਤੇ ਜਾਣ। ਇਹ ਗਿਆਨੀ ਹਰਪ੍ਰੀਤ ਸਿੰਘ ਹੋਰੀ ਇਸ ਤਰ੍ਹਾਂ ਦੀ ਜਦੋਂ ਟਿੱਪਣੀ ਕਰਦੇ ਆ ਤਾਂ ਬਹੁਤ ਲੋਕ ਇਹ ਗੱਲ ਕਹਿੰਦੇ ਨੇ ਕਿ ਇੱਕ ਪਰਿਵਾਰ ਦੀ ਬੋਲੀ ਬੋਲਦੇ ਆ। ਉਹ ਪਰਿਵਾਰ ਜਿਹੜਾ ਲੰਬੇ ਸਮੇਂ ਤੋਂ ਗੁਰਦੁਆਰਾ ਦੇ ਪ੍ਰਬੰਧਾਂ ਤੇ ਕਾਬਜ ਹੋਇਆ ਵਾ। ਗਿਆਨੀ ਹਰਪ੍ਰੀਤ ਸਿੰਘ ਇਹ ਗੱਲ ਤਾਂ ਸਾਰੀ ਕਹਿੰਦੇ ਨੇ ਕਿ ਫਲਾਣੇ ਨੂੰ ਗਲਤ ਫਸਾਇਆ ਜਾ ਰਿਹਾ, ਪਰ ਜੇ 328 ਸਰੂਪਾਂ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਕੰਮ ਮਿੱਟੀ ਕਰਨ ਵਾਸਤੇ, ਉਹਦਾ ਕੀ ਬਣਿਆ? ਅੱਜ ਵੀ ਸਿੱਖ ਜਥੇਬੰਦੀਆਂ ਉੱਥੇ ਇਲਜ਼ਾਮ ਤਰਾਸ਼ੀ ਕਰ ਰਹੀਆਂ ਨੇ। ਗਿਆਨੀ ਹਰਪ੍ਰੀਤ ਸਿੰਘ ਇਹ ਵੀ ਦੱਸ ਦੇਣ ਕਿ ਇੱਕ ਬੀਬੀ ਦਾ ਪਾਕਿਸਤਾਨ ਦਾ ਵੀਜ਼ਾ ਲੱਗਿਆ, ਉਹ ਕਿਹਨੇ ਲਵਾਇਆ ਸੀ? ਉਹ ਵੀ ਕੰਮ ਮਿੱਟੀ ਹੋਇਆ ਪਿਆ। 3 ਸਾਲਾਂ ਤੋਂ ਜਾਂਚ ਵਿੱਚ ਆਪਾਂ ਕਈ ਵਾਰ, ਇੱਕ ਵਾਰ ਨਹੀਂ ਘੱਟੋ ਘੱਟ 15-20 ਵਾਰ ਕਹਿ ਚੁੱਕੇ ਹਾਂ, ਉਹਦੀ ਜਾਂਚ ਦਾ ਹੀ ਨਹੀਂ ਪਤਾ ਲੱਗਦਾ ਕਿ ਉਹ ਫਾਈਲ ਉੱਥੇ ਪਈ ਹੈ, ਉਹ ਕੋਈ ਪੜ੍ਹਦਾ ਹੀ ਕਿਉਂ ਨਹੀਂ ਉਹਨੂੰ। ਸੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਜਿਹੜੇ ਰੁਤਬੇ ਤੇ ਉਹ ਬੈਠੇ ਨੇ ਉਹ ਉਸ ਰੁਤਬੇ ਨਾਲ ਇਨਸਾਫ ਕਰਨ। ਜਿਹੜੇ ਸੌਦੇ ਸਾਧ ਦੇ ਕੋਲ ਵੋਟਾਂ ਲੈਣ ਗਏ ਉਹਨਾਂ ਦਾ ਇੱਕ ਡਰਾਮਾ ਤਾਂ ਕਰਤਾ। 328 ਸਰੂਪਾਂ ਦੇ ਮਾਮਲੇ ਦੇ ਵਿੱਚ ਹੁਣ ਤੱਕ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਕੀ ਹੈ? ਉਹਨਾਂ ਦੇ ਉੱਤੇ ਸਵਾਲ ਉੱਠਦੇ ਹੈ। ਚੰਗਾ ਤਾਂ ਇਹ ਹੁੰਦਾ ਜਿਵੇਂ ਅਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਸਾਹਿਬ ਦਾ ਰੁਤਬਾ, ਉੱਥੋਂ ਦਾ ਮਾਨਾ ਪੱਤਾ ਇਤਿਹਾਸ ਗੁਰੂ ਸਾਹਿਬ ਨੇ ਜੋ ਬਣਾਇਆ ਉਹਦੇ ਤੇ ਕਾਇਮ ਰਹੇ ਸੀ। ਕੀ ਅੱਜ ਗਿਆਨੀ ਜੀ ਉਸ ਤੇ ਕਾਇਮ ਨੇ? ਮੇਰਾ ਖਿਆਲ ਉਹਨਾਂ ਨੂੰ ਆਪਣੇ ਰੁਤਬੇ ਦਾ ਖਿਆਲ ਰੱਖ ਕੇ ਕੋਈ ਗੱਲ ਕਰਨੀ ਚਾਹੀਦੀ ਹੈ। ਉਹ ਅਕਾਲ ਤਖਤ, ਜਿਹੜਾ ਅਕਾਲ ਪੁਰਖ ਦਾ ਤਖਤ ਹੈ, ਉਹਦੇ
ਉੱਤੇ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਕੰਮ ਕਰ ਰਹੇ ਨੇ। ਅਜਿਹੇ ਅਹੁਦੇ ਤੇ ਸਾਰੇ ਇੱਕ ਨੇ, ਪਰ ਜਦੋਂ ਉਹ ਕੋਈ ਗੱਲ ਕਰਦੇ ਨੇ ਆਮ ਲੋਕਾਂ ਦੇ ਵਿੱਚ ਚਰਚਾ ਹੁੰਦੀ ਹੈ ਕਿ ਉਹ ਇੱਕ ਵਿਸ਼ੇਸ਼ ਸਿਆਸੀ ਪਾਰਟੀ ਦੇ ਹਿੱਤ ਧਿਆਨ 'ਚ ਰੱਖ ਕੇ ਕੋਈ ਗੱਲ ਕਰਦੇ ਨੇ। ਇਸ ਕਰਕੇ ਜਥੇਦਾਰ ਸਾਹਿਬ ਨੂੰ ਆਪਣੇ ਅਹੁਦੇ ਦੀ ਮਾਣ ਮਰਿਆਦਾ ਮੁਤਾਬਕ ਕੰਮ ਕਰਨਾ ਚਾਹੀਦਾ ਹੈ। ਉਹ ਸਾਰਿਆਂ ਦੇ ਜਥੇਦਾਰ ਨੇ ਤੇ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਨਾ ਹੋਵੇ। ਇਹ ਕਿੰਤੂ ਪਰੰਤੂ ਹੁੰਦਾ ਕਿਉਂ ਆ, ਇਹਦੇ ਬਾਰੇ ਜਥੇਦਾਰ ਸਾਹਿਬ ਨੂੰ ਆਪ ਹੀ ਸੋਚ ਲੈਣਾ ਚਾਹੀਦਾ, ਸੋਚ ਕੇ ਗੱਲ ਕਰਨੀ ਚਾਹੀਦੀ ਹੈ। ਉਹ ਕਹਿੰਦੇ ਆ ਕਿ ਜਥੇਦਾਰ ਸਾਹਿਬ ਇਸ ਗੱਲ ਨੂੰ ਦੱਸਣਗੇ ਕਿ ਇਹ ਸਿੱਖ ਰਹਿਤ ਮਰਿਆਦਾ ਸਿੱਖ ਪੰਥ ਦੇ ਵਿੱਚ ਗਿਰਾਵਟ ਕਿਉਂ ਆਈ ਹੈ। ਕਦੇ ਉਹਨਾਂ ਨੇ ਬੈਠ ਕੇ ਸੋਚਿਆ ਕਿ ਉਹ ਗਿਰਾਵਟ ਲਈ ਜ਼ਿੰਮੇਵਾਰ ਕੌਣ ਨੇ? ਕਦੇ ਇਹ ਬੈਠ ਕੇ ਦੇਖਿਆ ਕਿ ਇਹਨਾਂ ਸੰਸਥਾਵਾਂ ਦੇ ਉੱਤੇ ਇਹ ਵੀ ਕਦੇ ਦੱਸ ਦੇਣ ਕਿ 10-11 ਸਾਲ ਦੇ ਕਰੀਬ ਹੋ ਗਿਆ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੀ ਨਹੀਂ ਹੋਈਆਂ। ਇਹ ਵੀ ਦੱਸ ਦੇਣ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਵੱਡੇ ਵੱਡੇ ਘਪਲੇ ਹੋ ਰਹੇ ਨੇ, ਇੱਥੋਂ ਤੱਕ ਕਿ ਕਰੋਨਾ ਮਹਾਮਾਰੀ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬੈਠੇ ਇੱਕ ਬੰਦੇ ਨੇ ਬਿੱਲਾਂ ਦੇ ਵਿੱਚ ਜਾਲੀ ਬਿੱਲ ਪਾਤੇ ਸਬਜ਼ੀ ਦੇ, ਉਹਦਾ ਕੀਤਾ ਕੀ ਸੀਗਾ। ਇਹ ਵੀ ਦੱਸ ਦੇਣ ਕਿ ਹੋਰ ਜਿਹੜੀਆਂ 20-29 ਦੇ ਦੋਸ਼ ਲੱਗ ਰਹੇ ਨੇ ਉਹਨਾਂ ਬਾਰੇ ਗਿਆਨੀ ਜੀ ਕਿਉਂ ਨਹੀਂ ਫੈਸਲਾ ਕਰਦੇ। ਉਹਨਾਂ ਨੂੰ ਆਪਣੇ ਰੁਤਬੇ ਤੇ ਰਹਿ ਕੇ ਉਹ ਸਾਰਿਆਂ ਦੇ ਸਤਿਕਾਰਤ ਨੇ, ਲੇਕਿਨ ਉਹਨਾਂ ਨੂੰ ਜਿਵੇਂ ਬਹੁਤ ਸਾਰੇ ਜਥੇਦਾਰ ਸਾਹਿਬਾਨ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਕਿ ਉਹਨਾਂ ਨੇ ਆਪਣੇ ਸਮੇਂ ਦੌਰਾਨ ਬਹੁਤ ਸਾਰੇ ਚੰਗੇ ਇਤਿਹਾਸਕ ਕੰਮ ਕੀਤੇ ਸਨ। ਜਥੇਦਾਰ ਸਾਹਿਬ ਜਦੋਂ ਮੁਕਤਸਰ ਸਾਹਿਬ ਹੁੰਦੇ ਸੀ, ਮੈਂ ਇਹਨਾਂ ਨੂੰ ਮਿਲਦਾ ਰਿਹਾ। ਮੇਰੇ ਮਨ ਦੇ ਵਿੱਚ ਬੜਾ ਸਤਿਕਾਰ ਸੀ ਕਿ ਜਥੇਦਾਰ ਸਾਹਿਬ ਇੱਕ ਪੜ੍ਹੇ ਲਿਖੇ ਬੰਦੇ ਨੇ ਤੇ PhD ਕਰ ਰਹੇ ਨੇ ਕੁਰਾਨ ਸ਼ਰੀਫ ਦੇ ਉੱਤੇ। ਵੀ ਜਥੇਦਾਰ ਸਾਹਿਬ ਦੇ ਆਉਣ ਦੇ ਨਾਲ ਘੱਟੋ ਘੱਟ ਜਿਹੜੀ ਸਾਡੀ ਪੰਥਕ ਰਿਓ ਰੈਤਾਂ ਨੇ ਉਹਨਾਂ ਦੇ ਵਿੱਚ ਤਬਦੀਲੀ ਆਊਗੀ। ਉਹ ਇਹਨਾਂ ਕਦਰਾਂ ਕੀਮਤਾਂ ਨੂੰ ਉੱਪਰ ਲੈ ਕੇ ਜਾਣਗੇ। ਪਰ ਅਜੇ ਤੱਕ ਜਥੇਦਾਰ ਸਾਹਿਬ ਨੇ ਅਜਿਹਾ ਕੁਝ ਨਹੀਂ ਕੀਤਾ ਜਿਵੇਂ ਪਿਛਲੇ ਕਰਦੇ ਸੀ। ਇਹ ਜਥੇਦਾਰ ਤਾਂ ਉਹ ਨੇ ਜਿਹੜੇ ਸਰਕਾਰੀ ਕੋਠੀਆਂ 'ਚ ਜਾ ਕੇ ਹੁਕਮ ਲੈਣ ਤੁਰ ਪੈਂਦੇ ਨੇ। ਹੁਕਮ ਤਾਂ ਜਥੇਦਾਰਾਂ ਨੇ ਸੁਣਾਉਣੇ ਸੀ। ਇਹੀ ਕਾਰਨ ਆ ਜੇ ਸਾਡੇ 'ਚ ਗਿਰਾਵਟ ਆਈ ਆ ਤਾਂ ਦੂਜੇ ਪਾਸੇ ਪੈਰਲਲ ਸਰਬੱਤ ਖਾਲਸਾ ਕਰਕੇ ਮਤਵਾਜੀ ਜਥੇਦਾਰ ਬਣਾ ਲਏ ਗਏ। ਜਦੋਂ ਹੁਕਮਨਾਮੇ ਕਰਦੇ ਨੇ ਉਹ ਵੱਖਰਾ ਕਰਦੇ ਨੇ, ਇਹ ਵੱਖਰਾ ਕਰਦੇ ਨੇ। ਤੇ ਜਥੇਦਾਰ ਸਾਹਿਬ ਦਾ ਫਰਜ਼ ਨਹੀਂ ਬਣਦਾ ਕਿ ਇਹਨਾਂ ਸਾਰਿਆਂ ਨੂੰ ਇੱਕ ਝੰਡੇ ਹੇਠਾਂ ਇਕੱਠਾ ਕਰਕੇ ਸਾਰੇ ਸਮੁੱਚੇ ਪੰਥ ਨੂੰ ਇੱਕ ਥਾਂ ਤੇ ਲਿਆਂਦਾ ਜਾਵੇ। ਉਹ ਤਾਂ ਆਵੇਗਾ ਤੇ ਜੇ ਇਹਨਾਂ ਦੀ ਸਾਰਿਆਂ ਦੀ ਕਾਰਗੁਜ਼ਾਰੀ ਦੇ ਵਿੱਚੋਂ ਇੱਕ ਵਿਸ਼ੇਸ਼ ਪਾਰਟੀ ਤੇ ਵਿਸ਼ੇਸ਼ ਪਰਿਵਾਰ ਦਾ ਸਵਾਰਥ ਬਾਹਰ ਨਿਕਲੇਗਾ। ਭਲਕੇ ਕਿਸਾਨ ਜਥੇਬੰਦੀਆਂ ਦੀ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਹੋਵੇਗੀ। ਉਹਨਾਂ ਦੀ ਇਸ ਮੀਟਿੰਗ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਮੇਰੇ ਹਿਸਾਬ ਨਾਲ ਇਹ ਮੀਟਿੰਗ ਬਹੁਤ ਅਹਿਮ ਹੈ। ਪਹਿਲਾਂ ਵੀ ਚੰਨੀ ਸਾਹਿਬ ਨੇ ਕਾਫੀ ਥੋੜੀ ਦੇਰ ਪਹਿਲਾਂ ਪਿਛਲੇ ਮਹੀਨੇ ਮੀਟਿੰਗ ਕੀਤੀ ਸੀ। ਉਦੋਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਕਿਸਾਨਾਂ ਦੀਆਂ ਕਰਜ਼ਿਆਂ ਵਾਲੇ ਨੂੰ ਛੱਡ ਕੇ ਬਾਕੀ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ ਤੇ ਫਿਰ 18 ਮੰਗਾਂ ਕਿਵੇਂ ਉੱਭਰ ਆਈਆਂ। ਇਹ ਦੇਖਣ 'ਚ ਆਇਆ ਕਿ ਜਦੋਂ ਸਮਝੌਤੇ ਹੁੰਦੇ ਨੇ, ਭਾਵੇਂ ਮੁਲਾਜ਼ਮ ਜਥੇਬੰਦੀਆਂ ਦੇ ਹੋਣ। ਮੈਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਇੱਕੋ ਗੱਲ ਯਾਦ ਹੈ ਕਿ ਜਦੋਂ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ 85 ਦੇ ਵਿੱਚ, ਉਹਨਾਂ ਨੂੰ ਇੱਕ ਵਾਰੀ ਇੱਥੇ ਲਿਆਂਦਾ ਗਿਆ। ਉਹ ਕਹਿੰਦੇ ਵੀ ਇਹਨਾਂ ਜਥੇਬੰਦੀਆਂ ਨੂੰ ਕਿਹਾ ਵੀ ਲਿਆਓ ਮੰਗਾਂ, ਸ਼ਾਇਦ ਇਹ 1 ਦਰਜਨ ਮੰਗਾਂ ਲੈ ਕੇ ਆਏ। ਕਹਿੰਦੇ ਨਹੀਂ ਹੋਰ ਲਿਆਓ। ਦੂਜੀ ਮੀਟਿੰਗ ਦੇ ਵਿੱਚ ਇਹ ਕਹਿੰਦੇ 1.5 ਦਰਜਨ ਦੇ ਕਰੀਬ ਪਹੁੰਚ ਗਏ। ਨਹੀਂ ਕਹਿੰਦੇ ਹੋਰ ਲਿਆਓ। ਤੀਜੀ ਦਰਜਨ ਦੇ ਵਿੱਚ ਕਹਿੰਦੇ 2 ਦਰਜਨ ਤੋਂ ਮੰਗਾਂ ਟਪਾ ਦਿੱਤੀਆਂ। 2 ਮੰਗਾਂ ਫਾਈਨੈਂਸ ਨਾਲ ਸੰਬੰਧਿਤ ਸੀ। ਬਰਨਾਲਾ ਸਾਹਿਬ ਨੇ ਐਲਾਨ ਕਰਤਾ ਕਿ ਬਾਕੀ ਸਾਰੀਆਂ ਹੀ ਮੰਗੀਆਂ ਆ 2 ਵਾਸਤੇ ਕਮੇਟੀ ਬਣਾ ਲਓ। ਕਹਿੰਦੇ ਦਿਨ 10 ਨਹੀਂ ਨਿਕਲੇ, ਨਵੀਆਂ ਮੰਗਾਂ ਦਾ ਚਾਰਟ ਇੱਕ ਫੇਰ ਬਣ ਗਿਆ। ਮੈਂ ਸਮਝਦਾ ਕਿ 32 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅੱਜ ਸਿਰ ਜੋੜ ਕੇ ਬੈਠੇ ਨੇ। ਉਹਨਾਂ ਨੂੰ ਵੀ ਰਾਜ ਦਾ ਸਥਿਤੀ ਜਿਹੜੀ ਹੈ ਬੀਤੀ ਉਹ ਦੇਖਣੀ ਹੋਵੇਗੀ। ਇਹਨਾਂ ਨੇ ਤਾਂ ਐਲਾਨ ਕਰਤੇ, ਇਹਨਾਂ ਨੂੰ ਇਸ ਗੱਲ 'ਚ ਘੜੀਸੋ ਵੀ ਫੋਕੇ ਐਲਾਨ ਨਾ ਕਰੋ। ਜੇ ਕੀਤਾ ਤਾਂ ਉਹਨੂੰ ਬਾਕਾਇਦਾ ਤੌਰ ਦੇ ਉੱਤੇ ਲਾਗੂ ਕਰੋ। ਜੇ ਕਾਂਗਰਸ ਨੇ 17 ਦੇ ਵਿੱਚ ਇਹ ਵਾਅਦਾ ਤਾਂ ਅਸੀਂ ਵੀ ਕਹਿੰਦੇ ਹਾਂ, ਇਹਨਾਂ ਨੇ ਕੀਤਾ ਸੀ ਕਿ ਘਰ ਘਰ ਰੁਜ਼ਗਾਰ ਤੇ ਸਾਰਾ ਕਰਜ਼ਾ ਮਾਫ। ਕੁਰਸੀ ਤੇ ਬੈਠਣ ਸਾਰ ਅਮਰਿੰਦਰ ਸਿੰਘ ਮੁੱਕਰ ਗਏ। ਉਹ ਕਹਿੰਦੇ ਮੈਂ ਤਾਂ 2 ਤੇ 2.5 ਏਕੜ ਵਾਲਿਆਂ ਦਾ ਕਿਹਾ ਸੀ। ਗੱਲ ਅਸੀਂ ਵੀ ਕਹਿੰਦੇ ਹਾਂ।
ਕਿਸਾਨ ਜਥੇਬੰਦੀਆਂ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਸੂਬੇ ਦੀ ਆਰਥਿਕ ਸਥਿਤੀ ਕੀ ਹੈ। ਉਹ ਇਸ ਗੱਲ ਦੀ ਦੁਹਾਈ ਪਾਉਂਦੀਆਂ ਨੇ ਕਿ ਜਦੋਂ ਇਹਨਾਂ ਨੇ ਆਪਣੇ ਭੱਤੇ ਵਧਾਉਣੇ ਆ, ਪੈਨਸ਼ਨਾਂ ਲੈਣੀਆਂ ਨੇ, ਉਦੋਂ ਇਹ ਮਿੰਟ 'ਚ ਵਧਾ ਲੈਂਦੇ ਨੇ। ਸਰਕਾਰੀ ਖਜ਼ਾਨੇ ਦੇ ਬੋਝ 35 ਸਲਾਹ ਕਰ ਲੱਗ ਜਾਂਦੇ ਨੇ ਤੇ ਸਾਡੇ ਵੇਲੇ ਸੱਪ ਸੁੰਘ ਜਾਂਦਾ ਇਹਨਾਂ ਨੂੰ। ਜੇ ਸਾਨੂੰ ਕੁਝ ਦੇਣਾ ਹੋਵੇ, ਜੇ ਅਸੀਂ ਸੁਹਿਰਦ ਹੋਈਏ, ਇਹਨਾਂ ਦਾ ਚੋਣ ਮਨੋਰਥ ਪੱਤਰ, ਸਾਰੀ ਬਿਮਾਰੀ ਦੀ ਜਿਹੜਾ ਚੋਣ ਮਨੋਰਥ ਪੱਤਰ, ਇਹਨਾਂ ਦਾ ਚੋਣ ਮਨੋਰਥ ਪੱਤਰ ਹੈ ਜਿਹੜਾ ਉਹ ਕਾਨੂੰਨੀ ਜਾਮੇ 'ਚ ਆਉਣਾ ਚਾਹੀਦਾ ਹੈ, ਤਾਂ ਜੋ ਇਹ ਕਿਸੇ ਨਾਲ ਗੱਪ ਨਾ ਮਾਰਨ। ਅੱਜ ਕਿਸਾਨ ਜਥੇਬੰਦੀਆਂ ਆਪਣੀ ਮੀਟਿੰਗ ਕਰ ਰਹੀਆਂ ਨੇ, ਕੱਲ੍ਹ ਨੂੰ ਸਰਕਾਰ ਨੇ ਕਰਨੀਆਂ। ਅਸੀਂ ਤਾਂ ਇਹੀ ਕਹਾਂਗੇ ਦੋਹੇ ਧਿਰਾਂ ਨੂੰ ਕਿ ਪੰਜਾਬ ਦੇ ਲੋਕਾਂ ਨੂੰ ਕੁਝ ਰਾਹਤ ਦੇਣ ਵਾਸਤੇ ਜਿਹੜੀਆਂ ਮੰਗਾਂ ਇਹਨਾਂ ਦੀਆਂ ਬਣਦੀਆਂ ਨੇ, ਤੁਸੀਂ ਕਰ ਸਕਦੇ ਹੋ, ਤੁਰੰਤ ਲਾਗੂ ਕਰੋ। ਦੂਜੀਆਂ ਮੰਗਾਂ ਤੇ ਇਹਨਾਂ ਨਾਲ ਵਿਚਾਰ ਵਟਾਂਦਰਾ ਕਰ ਲਓ। ਮੇਰਾ ਖਿਆਲ ਹੈ ਕਿ ਪੰਜਾਬ ਦੀ ਸਥਿਤੀ ਇਹ ਹੈ, ਘਰ ਦਾਣੇ ਨਹੀਂ। ਮੈਂ ਅਕਸਰ ਕਹਿੰਦਾ, ਮਾਂ ਪੀਣ ਚੱਲੀ ਹੈ, ਤੁਸੀਂ ਵਾਅਦੇ ਵੱਡੇ ਵੱਡੇ ਕਰੀ ਜਾਂਦੇ ਹੋ। ਉਹ ਵਾਅਦੇ ਉਦੋਂ ਤੱਕ ਪੂਰੇ ਨਹੀਂ ਹੋਣੇ ਜਦੋਂ ਤੱਕ ਸਰਕਾਰੀ ਖਜ਼ਾਨੇ ਦੇ ਵਿੱਚ ਕੋਈ ਚਾਰ ਛੱਲੜ ਟਿਕਦੇ ਨਹੀਂ। ਇਹ ਸਨ ਸਾਡੇ ਨਾਲ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ। ਹੋਰ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਨ ਲਈ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।